Good morning, dear students. Now we will discuss our chapter number 2 of Indian economy, that is 5-year plans and Niti Aayog. For the Punjabi medium student, 5 ਸਾਲਾ ਯੋਜਨਾਵਾਂ ਤੇ ਨੀਤੀ ਆਯੋਗ। ਇਸ ਤੋਂ ਪਹਿਲਾਂ ਆਪਾਂ ਇੰਡੀਅਨ ਇਕੋਨਮੀ ਦਾ ਫਰਸਟ ਚੈਪਟਰ ਕੰਪਲੀਟ ਕਰ ਚੁੱਕੇ ਹਾਂ, ਜਿਹਦਾ ਨਾਮ ਸੀ ਦ ਸਟੇਟ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ, ਜਿਸ ਵਿੱਚ ਆਪਾਂ ਆਜ਼ਾਦੀ ਤੋਂ ਪਹਿਲਾਂ ਦੇ ਭਾਰਤ ਦੀ ਕੰਡੀਸ਼ਨਸ ਬਾਰੇ ਡਿਸਕਸ ਕੀਤਾ। ਆਪਾਂ ਨੂੰ ਪਤਾ ਕਿ ਆਜ਼ਾਦੀ ਤੋਂ ਪਹਿਲਾਂ ਇੰਡੀਆ ਦੇ ਵਿੱਚ ਬ੍ਰਿਟਿਸ਼ ਰੂਲ ਚੱਲ ਰਿਹਾ ਸੀ, ਤਾਂ ਬ੍ਰਿਟਿਸ਼ ਗੌਰਮੈਂਟ ਨੇ ਆਪਣੇ ਇੰਡੀਆ ਨੂੰ ਇੱਕ ਅੰਡਰ ਡਿਵੈਲਪਡ ਕੰਟਰੀ ਬਣਾ ਕੇ ਰੱਖ ਦਿੱਤਾ। ਸੋ ਆਪਣੇ ਇੰਡੀਆ ਨੂੰ ਆਜ਼ਾਦੀ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਸਰਕਾਰਾਂ ਮਿਲੀਆਂ, ਕਿਸ ਤਰ੍ਹਾਂ ਦੇ ਉਹਦੇ ਵਿੱਚ ਪਲਾਨਸ ਬਣੇ, ਕਿਸ ਤਰ੍ਹਾਂ ਦੀਆਂ ਨੀਤੀਆਂ ਬਣੀਆਂ, ਤਾਂ ਉਹ ਸਾਰਾ ਡਿਸਕਸ ਕਰਾਂਗੇ ਆਪਾਂ ਚੈਪਟਰ ਨੰਬਰ 2 ਦੇ ਵਿੱਚ। ਸੋ ਇਹਦੀ ਇੰਟਰੋਡਕਸ਼ਨ ਦੇ ਵਿੱਚ ਕੀ ਲਿਖਣਾ ਆਪਾਂ ਕਿ ਇੰਡੀਆ ਨੂੰ ਜੋ ਆਜ਼ਾਦੀ ਮਿਲੀ ਆ, ਕਦੋਂ ਮਿਲੀ ਆ? 15 ਅਗਸਤ 1947, ਤਾਂ 15 ਅਗਸਤ 1947 ਨੂੰ ਆਪਣਾ ਇੰਡੀਆ ਕੀ ਆ ਆਜ਼ਾਦ ਹੋ ਗਿਆ। ਤਾਂ ਆਜ਼ਾਦ ਭਾਰਤ ਦੇ ਫਸਟ ਪ੍ਰਧਾਨ ਮੰਤਰੀ ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ, ਜਿਨ੍ਹਾਂ ਨੇ ਆਪਣੇ ਲੀਡਰਸ ਦੇ ਨਾਲ ਮਿਲ ਕੇ ਇੱਕ ਨਵੇਂ ਇੰਡੀਆ ਦੀ ਕੀ ਕੀਤੀ? ਸ਼ੁਰੂਆਤ ਕੀਤੀ, ਜਿਹਦੇ ਵਿੱਚ ਨਵੇਂ ਤਰ੍ਹਾਂ ਦੇ ਪਲਾਨਸ ਬਣੇ, ਨਵੇਂ ਤਰ੍ਹਾਂ ਦੀਆਂ ਨੀਤੀਆਂ ਬਣੀਆਂ। ਸੋ ਦੇ ਡਿਸਾਈਡਡ ਦੈਟ ਇੰਡੀਆ ਵੁੱਡ ਬੀ ਆ ਸੋਸ਼ਲਿਸਟ ਸੁਸਾਇਟੀ। ਉਹਨਾਂ ਨੇ ਡਿਸਾਈਡ ਕੀਤਾ ਕਿ ਇੰਡੀਆ ਨੂੰ ਇੱਕ ਸਮਾਜਿਕ ਸੰਸਥਾ ਵਰਗਾ ਦੇਸ਼ ਬਣਾ ਦਿੱਤਾ ਜਾਵੇਗਾ। ਤਾਂ ਸੋਸ਼ਲਿਸਟ ਸੁਸਾਇਟੀ ਦਾ ਮਤਲਬ ਆ ਜਿਸ ਦੇਸ਼ ਦੇ ਵਿੱਚ ਕੀ ਹੋਵੇ? ਸਟਰੋਂਗ ਪਬਲਿਕ ਸੈਕਟਰ, ਮਤਲਬ ਸਰਕਾਰਾਂ ਕੀ ਬਣ ਬਹੁਤ ਜ਼ਿਆਦਾ ਸਟਰੋਂਗ ਹੋਣ। ਇਸ ਤੋਂ ਬਾਅਦ ਕਹਿੰਦੇ ਉਸ ਦੇ ਨਾਲ ਨਾਲ ਕੀ ਆ, ਜਿਹੜੇ ਪ੍ਰਾਈਵੇਟ ਪ੍ਰੋਪਰਟੀ ਆ, ਜਿਵੇਂ ਕਿ ਪ੍ਰਾਈਵੇਟ ਸੈਕਟਰ ਆ, ਉਹ ਸਰਕਾਰਾਂ ਦੇ ਨਾਲ ਕੋਆਰਡੀਨੇਟ ਕਰਕੇ ਚੱਲਣ। ਇਸ ਤੋਂ ਬਿਨਾਂ ਲੋਕਾਂ ਦੇ ਲਈ ਲੋਕਾਂ ਦੀਆਂ ਸਰਕਾਰਾਂ ਬਣਾਈਆਂ ਗਈਆਂ। ਮਤਲਬ ਕੀ ਆ, ਇੰਡੀਆ ਨੂੰ ਇੱਕ ਡੈਮੋਕ੍ਰੇਟਿਕ ਕੰਟਰੀ ਬਣਾਇਆ ਗਿਆ, ਜਿਹਦੇ ਵਿੱਚ ਲੋਕਾਂ ਦੁਆਰਾ ਸਰਕਾਰਾਂ ਨੂੰ ਕੀ ਕੀਤਾ ਜਾਊਗਾ? ਚੁਣਿਆ ਜਾਊਗਾ। ਸੋ ਸਟਰੋਂਗ ਇਕਨੋਮਿਕ ਜਾਂ ਸਟਰੋਂਗ ਪਬਲਿਕ ਸੈਕਟਰ ਬਣਾਉਣਾ, ਪ੍ਰਾਈਵੇਟ ਜਿਹੜੀ ਪ੍ਰੋਪਰਟੀ ਆ ਉਹਦੇ ਵੱਲ ਧਿਆਨ ਦੇਣਾ, ਲੋਕਾਂ ਦੀ ਜੋ ਵੈਲਫੇਅਰ ਆ ਉਹਦੇ ਬਾਰੇ ਸੋਚਣਾ। ਤਾਂ ਇਹੋ ਜਿਹੀ ਇੰਡੀਆ ਦੀ ਸ਼ੁਰੂਆਤ ਕਰਨੀ, ਡਿਵੈਲਪਮੈਂਟ ਕਰਨੀ, ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ? ਪੰਡਿਤ ਜਵਾਹਰ ਲਾਲ ਨਹਿਰੂ ਨੇ। ਸੋ ਇਹਨੂੰ ਦੇਖਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਨੇ 1950 ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਪਲੈਨਿੰਗ ਕਮਿਸ਼ਨ ਦੀ ਸਥਾਪਨਾ ਕੀਤੀ। ਸੋ ਪਲੈਨਿੰਗ ਕਮਿਸ਼ਨ ਨੂੰ ਇਸਟੈਬਲਿਸ਼ ਕੀਤਾ ਗਿਆ ਸੀ 1950 ਦੇ ਵਿੱਚ, ਜਿਸ ਨੂੰ ਪੰਜਾਬੀ ਦੇ ਵਿੱਚ ਯੋਜਨਾ ਆਯੋਗ ਬੋਲਿਆ ਜਾਂਦਾ। ਸੋ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਕੌਣ ਸੀ? ਉਸ ਸਮੇਂ ਦੇ ਪ੍ਰਾਈਮ ਮਿਨਿਸਟਰ, ਜੋ ਕਿ ਸੀ ਪੰਡਿਤ ਜਵਾਹਰ ਲਾਲ ਨਹਿਰੂ। ਤਾਂ ਪਲੈਨਿੰਗ ਕਮਿਸ਼ਨ ਦੇ ਵਿੱਚ 5 ਈਅਰ ਪਲਾਨਸ ਦੀ ਸ਼ੁਰੂਆਤ ਕੀਤੀ ਗਈ। ਤਾਂ ਆਪਣੇ ਦੇਸ਼ ਦੇ ਵਿੱਚ 5 ਸਾਲਾ ਯੋਜਨਾਵਾਂ ਬਣਾਈਆਂ ਗਈਆਂ। 5 ਸਾਲਾ ਯੋਜਨਾ ਦੇ ਵਿੱਚ 5 ਸਾਲਾਂ ਦੇ ਉਦੇਸ਼ਾਂ ਨੂੰ ਕੀ ਆ ਬਣਾਇਆ ਗਿਆ, ਜਿਹਦੇ ਵਿੱਚ 5 ਸਾਲ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਓਬਜੈਕਟਿਵ ਜਾਂ ਫਿਰ ਏਮਸ ਨੂੰ ਕੀ ਆ ਫੁੱਲਫਿਲ ਕੀਤਾ ਜਾਊਗਾ। ਸੋ ਇਕਨੋਮਿਕ ਡਿਵੈਲਪਮੈਂਟ ਕਰਨ ਵਾਸਤੇ, ਸੋ ਇੰਡੀਆ ਦੀ ਆਰਥਿਕ ਵਿਕਾਸ ਕਰਨ ਵਾਸਤੇ, ਤਾਂ ਉਸ ਨੂੰ ਇੱਕ ਕਿਹੜੀ ਇਕੋਨਮੀ ਬਣਾਇਆ ਗਿਆ? ਮਿਕਸਡ ਇਕੋਨਮੀ ਬਣਾਇਆ ਗਿਆ। ਸੋ ਇੰਟਰੋਡਕਸ਼ਨ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਕਿ ਇਕਨੋਮਿਕ ਸਿਸਟਮ ਕੀ ਹੁੰਦਾ। ਵਟ ਇਜ਼ ਇਕਨੋਮਿਕ ਸਿਸਟਮ? ਵਟ ਡੂ ਯੂ ਮੀਨ ਬਾਈ ਇਕਨੋਮਿਕ ਸਿਸਟਮ, ਜਿਹਨੂੰ ਪੰਜਾਬੀ ਵਿੱਚ ਆਰਥਿਕ ਢਾਂਚਾ ਵੀ ਕਿਹਾ ਜਾਂਦਾ। ਸੋ 3 ਤਰ੍ਹਾਂ ਦੇ ਇਕਨੋਮਿਕ ਸਿਸਟਮ ਹੁੰਦੇ ਆ, ਜਿਹਦੇ ਵਿੱਚ ਕੈਪੀਟਲਿਜ਼ਮ ਜਾਂ ਕੈਪੀਟਲਿਸਟ, ਸੋਸ਼ਲਿਜ਼ਮ ਜਿਹਨੂੰ ਸੋਸ਼ਲਿਸਟਿਕ, ਜਾਂ ਮਿਕਸਡ ਇਕੋਨਮੀ ਕਿਹਾ ਜਾਂਦਾ। ਮਤਲਬ 3 ਤਰ੍ਹਾਂ ਦੇ ਇਕਨੋਮਿਕ ਸਿਸਟਮ ਹੁੰਦੇ ਆ, ਕੈਪੀਟਲਿਸਟ, ਸੋਸ਼ਲਿਸਟ ਅਤੇ ਮਿਕਸਡ। ਸੋ ਪੰਜਾਬੀ ਦੇ ਵਿੱਚ ਇਹਨੂੰ ਪੂੰਜੀਵਾਦ, ਸਮਾਜਵਾਦ ਅਤੇ ਮਿਸ਼ਰਤ ਅਰਥ ਵਿਵਸਥਾ ਵੀ ਕਿਹਾ ਜਾਂਦਾ। ਸੋ ਇਕਨੋਮਿਕ ਸਿਸਟਮ ਰੈਫਰਸ ਟੂ ਆ ਸਿਸਟਮ, ਕਹਿੰਦੇ ਇਕਨੋਮਿਕ ਸਿਸਟਮ ਉਹ ਵਾਲਾ ਸਿਸਟਮ ਆ ਜਾਂ ਉਹ ਵਾਲੀ ਅਰੇਂਜਮੈਂਟ ਆ ਇਨ ਵਿਚ ਸੈਂਟਰਲ ਪ੍ਰੋਬਲਮਸ ਆਫ ਐਨ ਇਕੋਨਮੀ ਆਰ ਸੋਲਵਡ, ਜਿਸ ਵਿੱਚ ਕਿਸੇ ਅਰਥ ਵਿਵਸਥਾ ਦੀਆਂ ਕੇਂਦਰੀ ਸਮੱਸਿਆਵਾਂ ਜੋ ਕੀ ਆ ਸੈਂਟਰਲ ਪ੍ਰੋਬਲਮਸ ਆ ਉਹਨਾਂ ਨੂੰ ਕੀ ਕੀਤਾ ਜਾਊਗਾ? ਸੋਲਵ ਕੀਤਾ ਜਾਊਗਾ। ਸੋ ਦੇਖੋ ਧਿਆਨ ਨਾਲ ਕਿ ਸੈਂਟਰਲ ਪ੍ਰੋਬਲਮ ਕੀ ਹੁੰਦੀਆਂ। ਤਾਂ 3 ਤਰ੍ਹਾਂ ਦੀਆਂ ਸੈਂਟਰਲ ਪ੍ਰੋਬਲਮਸ ਹੁੰਦੀਆਂ, ਕੇਂਦਰੀ ਸਮੱਸਿਆਵਾਂ 3 ਤਰ੍ਹਾਂ ਦੀਆਂ ਹੁੰਦੀਆਂ। ਜਿਵੇਂ ਪਹਿਲਾਂ ਇਹ ਡਿਸਾਈਡ ਕੀਤਾ ਜਾਊਗਾ ਕਿ ਵਟ ਟੂ ਪ੍ਰੋਡਿਊਸ, ਕੀ ਪ੍ਰੋਡਿਊਸ ਕੀਤਾ ਜਾਵੇ, ਕਿਹੜੇ ਟਾਈਪ ਦੀਆਂ ਗੁੱਡਸ ਪ੍ਰੋਡਿਊਸ ਕੀਤੀਆਂ ਜਾਣ, ਉਹ ਕੈਪੀਟਲ ਗੁੱਡਸ ਹੋਣ ਜਾਂ ਕੰਜ਼ਿਊਮਰ ਗੁੱਡਸ ਹੋਣ। ਇਹ ਡਿਸੀਜ਼ਨ ਤੋਂ ਬਾਅਦ ਇਹ ਡਿਸਾਈਡ ਕੀਤਾ ਜਾਂਦਾ ਹਾਊ ਮੱਚ ਟੂ ਪ੍ਰੋਡਿਊਸ, ਅਤੇ ਉਹਨਾਂ ਨੂੰ ਕਿੰਨੀ ਮਾਤਰਾ ਦੇ ਵਿੱਚ ਕੀ ਆ ਆਪਾਂ ਪ੍ਰੋਡਿਊਸ ਕਰਨਾ। ਇਸ ਤੋਂ ਬਾਅਦ ਕਿਸੇ ਵੀ ਇਕੋਨਮੀ ਦੇ ਵਿੱਚ ਇਹ ਡਿਸਕਸ ਕੀਤਾ ਜਾਂਦਾ ਕਿ ਹਾਊ ਟੂ ਪ੍ਰੋਡਿਊਸ,
ਤਾਂ ਜਿਹੜੀਆਂ ਗੁੱਡਸ ਐਂਡ ਸਰਵਿਸ ਆਪਾਂ ਪ੍ਰੋਡਿਊਸ ਕਰਨੀਆਂ ਉਹਨਾਂ ਨੂੰ ਪ੍ਰੋਡਿਊਸ ਕਿਵੇਂ ਕੀਤਾ ਜਾਵੇ। ਤਾਂ ਇਸ ਵਿੱਚ ਚੁਆਇਸ ਆਫ ਟੈਕਨੀਕ ਕੀਤੀ ਜਾਂਦੀ ਆ ਕਿ ਟੈਕਨੀਕ ਕਿਸ ਤਰ੍ਹਾਂ ਦੀ ਯੂਜ਼ ਕੀਤੀ ਜਾਵੇ, ਉਹ ਲੇਬਰ ਇੰਟੈਂਸਿਵ ਹੋਵੇ ਜਾਂ ਫਿਰ ਕੈਪੀਟਲ ਇੰਟੈਂਸਿਵ। ਲੇਬਰ ਇੰਟੈਂਸਿਵ ਦੇ ਵਿੱਚ ਜ਼ਿਆਦਾ ਲੇਬਰਸ ਯੂਜ਼ ਹੁੰਦੇ ਆ ਔਰ ਕੈਪੀਟਲ ਇੰਟੈਂਸਿਵ ਦੇ ਵਿੱਚ ਜ਼ਿਆਦਾ ਕੰਮ, ਜ਼ਿਆਦਾ ਪ੍ਰੋਡਕਸ਼ਨ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਆ। ਇਸ ਤੋਂ ਬਾਅਦ ਲਾਸਟ ਵਾਲੀ ਆਪਣੇ ਕੋਲ ਸੈਂਟਰਲ ਪ੍ਰੋਬਲਮ ਆ, ਦੈਟ ਇਜ਼ ਫॉर whom ਟੂ ਪ੍ਰੋਡਿਊਸ, ਕਿਸ ਲਈ ਪ੍ਰੋਡਿਊਸ ਕਰਨਾ। ਤਾਂ ਆਪਣੀ ਇਕੋਨਮੀ ਦੇ ਵਿੱਚ ਦੋ ਸੈਕਸ਼ਨ ਆ, ਇੱਕ ਰਿਚ ਸੈਕਸ਼ਨ ਅਤੇ ਇੱਕ ਪੂਅਰ ਸੈਕਸ਼ਨ। ਸੋ ਜੋ ਆਪਣੀ ਕੰਟਰੀ ਦੇ ਵਿੱਚ ਰਿਚ ਸੈਕਸ਼ਨ ਆ ਤਾਂ ਗੁੱਡਸ ਕੋਸਟਲੀ ਬਣ ਗਈਆਂ, ਲਗਜ਼ਰੀ ਗੁੱਡਸ ਬਣਾਈਆਂ ਜਾਣਗੀਆਂ। ਜੇ ਆਪਣੀ ਇਕੋਨਮੀ ਦੇ ਵਿੱਚ ਜ਼ਿਆਦਾ ਪੂਅਰ ਪੀਪਲਸ ਨੇ ਤਾਂ ਨਾਰਮਲ ਗੁੱਡਸ ਕੋਸਟਲੀ ਨਹੀਂ ਹੋਣਗੀਆਂ, ਜੋ ਚੀਪ ਗੁੱਡਸ ਹੋਣਗੀਆਂ ਉਹਨਾਂ ਨੂੰ ਪ੍ਰੋਡਿਊਸ ਕੀਤਾ ਜਾਏਗਾ। ਸੋ ਸੈਂਟਰਲ ਪ੍ਰੋਬਲਮਸ ਕਿਹੜੀਆਂ ਵਟ ਟੂ ਪ੍ਰੋਡਿਊਸ, ਹਾਊ ਟੂ ਪ੍ਰੋਡਿਊਸ, ਫॉर whom ਟੂ ਪ੍ਰੋਡਿਊਸ। ਤਾਂ ਜਿਹੜੀ ਇਕੋਨਮੀ ਦੇ ਵਿੱਚ ਜਾਂ ਜਿਹੜੇ ਇਕਨੋਮਿਕ ਸਿਸਟਮ ਦੇ ਵਿੱਚ ਇਹਨਾਂ ਸੈਂਟਰਲ ਪ੍ਰੋਬਲਮਸ ਨੂੰ ਹੱਲ ਕੀਤਾ ਜਾਊਗਾ ਉਹਨਾਂ ਨੂੰ ਕੀ ਬੋਲਾਂਗੇ ਆਪਾਂ, ਇਕਨੋਮਿਕ ਸਿਸਟਮ। ਸੋ ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਕਿ ਜਿਹੜੀ ਕੈਪੀਟਲਿਸਟ ਇਕੋਨਮੀ ਆ, ਪੂੰਜੀਵਾਦੀ ਅਰਥ ਵਿਵਸਥਾ, ਉਹਦੇ ਵਿੱਚ ਕਿੱਦਾਂ ਦੀਆਂ ਪਲੈਨਿੰਗਸ ਕੀਤੀਆਂ ਜਾਂਦੀਆਂ ਤਾਂ ਸਾਰੇ ਡਿਸੀਜ਼ਨ ਕਿਹਦੇ ਦੁਆਰਾ ਲਏ ਜਾਂਦੇ ਆ। ਸੋ ਕੈਪੀਟਲਿਸਟਿਕ ਇਕੋਨਮੀ ਦੇ ਵਿੱਚ ਸਾਰੇ ਡਿਸੀਜ਼ਨਸ ਡਿਪੈਂਡ ਕਰਦੇ ਆ ਔਨ ਦਾ ਮਾਰਕੀਟ ਫੋਰਸਿਸ। ਤਾਂ ਆਪਣੇ ਕੋਲ ਦੋ ਮਾਰਕੀਟ ਫੋਰਸਿਸ ਹੁੰਦੀਆਂ, ਦੈਟ ਇਜ਼ ਡਿਮਾਂਡ ਐਂਡ ਸਪਲਾਈ। ਤਾਂ ਆਪਣੀ ਇਕੋਨਮੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਹੀ ਪ੍ਰੋਡਿਊਸ ਕੀਤਾ ਜਾਊਗਾ ਜਿਨ੍ਹਾਂ ਦੀ ਆਪਣੀ ਮਾਰਕੀਟ ਦੇ ਵਿੱਚ ਡਿਮਾਂਡ ਹੁੰਦੀ ਆ। ਸੋ ਕੰਜ਼ਿਊਮਰ ਫ੍ਰੀ ਹੁੰਦੇ ਆ, ਜਿਹੜੀਆਂ ਉਹ ਮਰਜ਼ੀ ਚੀਜ਼ਾਂ ਨੂੰ ਕੀ ਕਰ ਸਕਦੇ ਆ, ਕੰਜ਼ਿਊਮ ਕਰ ਸਕਦੇ ਆ। ਸੋ ਆ ਯਾਦ ਰੱਖਣਾ ਕਿ ਕੈਪੀਟਲਿਸਟਿਕ ਇਕੋਨਮੀ ਦਾ ਮੇਨ ਮੋਟਿਵ ਕੀ ਹੁੰਦਾ ਕਿ ਵੱਧ ਤੋਂ ਵੱਧ ਕੀ ਕਮਾਉਣਾ, ਪ੍ਰੋਫਿਟ ਕਮਾਉਣਾ। ਸੋ ਕੈਪੀਟਲਿਸਟਿਕ ਇਕੋਨਮੀ ਦੇ ਵਿੱਚ ਜਿਹੜੀ ਸਟੇਟ ਦਾ ਰੋਲ ਹੁੰਦਾ, ਦਾ ਏਰੀਆ ਆਫ ਸਟੇਟ ਇੰਟਰਵੈਂਸ਼ਨ ਇਜ਼ ਲਿਮਟਡ ਟੂ। ਤਾਂ ਉਹਨਾਂ ਦਾ ਰੋਲ, ਸਟੇਟ ਦਾ ਰੋਲ ਮਤਲਬ ਗੌਰਮੈਂਟ ਦਾ ਰੋਲ ਬਹੁਤ ਜ਼ਿਆਦਾ ਕੀ ਹੁੰਦਾ, ਲਿਮਟਡ ਹੁੰਦਾ। ਤਾਂ ਉਹਨਾਂ ਦੁਆਰਾ ਸਿਰਫ ਕੀ ਬਣਾਏ ਜਾਂਦੇ ਆ, ਪਲਾਨਸ ਬਣਾਏ ਜਾਂਦੇ ਆ। ਤਾਂ ਉਹਨਾਂ ਦਾ ਡਾਇਰੈਕਟ ਕੰਟਰੋਲ ਨਹੀਂ ਹੁੰਦਾ, ਇਨਡਾਇਰੈਕਟ ਕੰਟਰੋਲ ਹੁੰਦਾ ਸਾਰੀਆਂ ਚੀਜ਼ਾਂ 'ਤੇ। ਸੋ ਸਾਰੇ ਡਿਸੀਜ਼ਨਸ ਪ੍ਰਾਈਸ ਮੈਕੈਨਿਜ਼ਮ ਮਤਲਬ ਡਿਮਾਂਡ ਐਂਡ ਸਪਲਾਈ ਦੇ ਆਧਾਰ 'ਤੇ, ਮਾਰਕੀਟ ਫੋਰਸਿਸ ਦੇ ਆਧਾਰ 'ਤੇ ਲਏ ਜਾਂਦੇ ਆ। ਸੋ ਆਪਾਂ ਕਹਿ ਸਕਦੇ ਹਾਂ ਕਿ ਗੌਰਮੈਂਟ ਆ ਜਿਹੜੀਆਂ ਸਿਰਫ ਕੀ ਪ੍ਰੋਵਾਈਡ ਕਰ ਸਕਦੀ ਹੈ ਕੈਪੀਟਲਿਸਟ ਇਕੋਨਮੀ ਦੇ ਵਿੱਚ, ਸਿਰਫ ਗਾਈਡਲਾਈਨਸ। ਤਾਂ ਉਹ ਕਿਸੇ ਤਰ੍ਹਾਂ ਦੀਆਂ ਕੋਈ ਡਾਇਰੈਕਸ਼ਨਸ ਨਹੀਂ ਦੇ ਸਕਦੀ, ਉਹ ਸਿਰਫ ਕੀ ਆ, ਗਾਈਡਲਾਈਨ ਇਸ਼ੂ ਕਰ ਸਕਦੀ ਹੈ, ਇੰਸਟਰਕਸ਼ਨਸ ਦੇ ਸਕਦੀ ਆ। ਸੋ ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਕਿ ਸੋਸ਼ਲਿਸਟ ਇਕੋਨਮੀ ਕੀ ਆ। ਤਾਂ ਸਮਾਜਿਕ ਜਾਂ ਸਮਾਜਵਾਦੀ ਅਰਥ ਵਿਵਸਥਾ ਦੇ ਵਿੱਚ ਕਿੱਦਾਂ ਪਲੈਨਿੰਗਸ ਕੀਤੀਆਂ ਜਾਂਦੀਆਂ, ਕੌਣ ਉਹਨਾਂ ਦੇ ਵਿੱਚ ਡਿਸੀਜ਼ਨਸ ਲੈਂਦੇ ਆ। ਸੋ ਸੋਸ਼ਲਿਸਟ ਇਕਨੋਮਿਕਸ ਜਾਂ ਇਕੋਨਮੀ is a system in which all the decisions are taken by the government। ਇਹਦੇ ਵਿੱਚ ਸਾਰੇ ਡਿਸੀਜ਼ਨਸ ਕੀ ਪ੍ਰੋਡਿਊਸ ਕਰਨਾ, ਤਾਂ ਹਾਊ ਟੂ ਪ੍ਰੋਡਿਊਸ, ਵਟ ਟੂ ਪ੍ਰੋਡਿਊਸ, ਫॉर whom ਟੂ ਪ੍ਰੋਡਿਊਸ, ਇੱਦਾਂ ਦੇ ਸਾਰੇ ਡਿਸੀਜ਼ਨ ਕੌਣ ਲੈਂਦਾ ਵਾ, ਸਰਕਾਰ ਲੈਂਦੀ ਆ। ਮਤਲਬ ਸੋਸ਼ਲਿਸਟ ਇਕੋਨਮੀ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਕਿਹਦਾ ਹੁੰਦਾ, ਸਰਕਾਰਾਂ ਦਾ ਹੁੰਦਾ, ਗੌਰਮੈਂਟ ਦਾ ਹੁੰਦਾ। ਤਾਂ ਗੌਰਮੈਂਟ ਹੀ ਦੁਆਰਾ ਹੀ ਡਿਸਾਈਡ ਕੀਤਾ ਜਾਂਦਾ ਵੀ ਕਿਹੜੀਆਂ ਚੀਜ਼ਾਂ ਨੂੰ ਪ੍ਰੋਡਿਊਸ ਕੀਤਾ ਜਾਵੇ। ਤਾਂ ਗੌਰਮੈਂਟ ਸੁਸਾਇਟੀ ਦੀਆਂ ਨੀਡਸ ਨੂੰ, ਸੁਸਾਇਟੀ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਡਿਸੀਜ਼ਨਸ ਲੈਂਦੀ ਆ। ਤਾਂ ਆ ਯਾਦ ਰੱਖਣਾ ਕਿ ਸੋਸ਼ਲਿਸਟ ਇਕੋਨਮੀ ਦਾ ਮੇਨ ਓਬਜੈਕਟਿਵ ਕੀ ਹੁੰਦਾ, ਸੋਸ਼ਲ ਵੈਲਫੇਅਰ ਕਰਨਾ, ਸਮਾਜ ਦਾ ਕਲਿਆਣ ਕਰਨਾ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਲਾਸਟ ਆਪਣਾ ਇਕਨੋਮਿਕ ਸਿਸਟਮ, ਉਹ ਹੈਗਾ ਮਿਕਸਡ ਡੈਮੋਕ੍ਰੇਟਿਕ ਇਕੋਨਮੀ, ਜਿਹਨੂੰ ਮਿਸ਼ਰਤ ਅਰਥ ਵਿਵਸਥਾ ਵੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਦੋਨੋਂ ਮਿਲ ਕੇ ਕੀ ਆ, ਕੰਮ ਕਰਦੇ ਆ। ਪਬਲਿਕ ਸੈਕਟਰ ਮਤਲਬ ਕੀ ਆ, ਆਪਣਾ ਗੌਰਮੈਂਟ, ਅਤੇ ਪ੍ਰਾਈਵੇਟ ਸੈਕਟਰ ਜਿਹਦੇ ਵਿੱਚ ਨਿੱਜੀ ਖੇਤਰ ਆਊਗਾ, ਦੋਨੇ ਮਿਲ ਕੇ ਕਿਹੜੀ ਇਕੋਨਮੀ ਬਣਾਉਂਦੇ ਆ, ਇੱਕ ਮਿਕਸਡ ਇਕੋਨਮੀ ਬਣਾਉਂਦੇ ਆ, ਜਿਹਦੇ ਵਿੱਚ ਦੋਨੋਂ ਸੈਕਟਰ ਮਿਲ ਕੇ ਕੰਮ ਕਰਦੇ ਆ। ਸੋ ਇਹਦੇ ਵਿੱਚ ਡਿਸੀਜ਼ਨਸ ਦੋਨਾਂ ਦੁਆਰਾ ਲਏ ਜਾਂਦੇ ਆ, ਮਤਲਬ ਪ੍ਰਾਈਸ ਮੈਕੈਨਿਜ਼ਮ ਔਨ ਦਾ ਬੇਸਿਸ ਆਫ ਡਿਮਾਂਡ ਐਂਡ ਸਪਲਾਈ, ਠੀਕ ਹੈ, ਉਹਦੇ ਆਧਾਰ 'ਤੇ ਵੀ ਫੈਸਲੇ ਲਏ ਜਾਂਦੇ ਆ, ਔਰ ਸੈਂਟਰਲ ਪਲੈਨਿੰਗ ਮਤਲਬ ਸਰਕਾਰਾਂ ਦੁਆਰਾ ਵੀ ਫੈਸਲੇ ਕੀਤੇ ਜਾਂਦੇ ਆ। ਸੋ ਇਨ ਦਾ ਐਂਡ ਆਫ ਦਾ ਟੋਪਿਕ ਕਿ ਜਿਹੜਾ ਆਪਣਾ ਇੰਡੀਆ ਵਾ ਉਹ ਕਿਹੜੀ ਇਕੋਨਮੀ ਆ, ਕੈਪੀਟਲਿਸਟ ਆ, ਸੋਸ਼ਲਿਸਟ ਆ ਕਿ ਮਿਕਸਡ ਆ। ਤਾਂ ਆਪਣਾ ਇੰਡੀਆ ਕੀ ਆ, ਇੱਕ ਮਿਕਸਡ ਇਕੋਨਮੀ ਆ, ਜਿਹਦੇ ਵਿੱਚ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੋਨੋਂ ਮਿਲ ਕੇ ਕੀ ਆ, ਕੰਮ ਕਰਦੇ ਆ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਕਿ ਇਕਨੋਮਿਕ ਪਲੈਨਿੰਗ ਕੀ ਆ।
ਸੋ ਇੰਡੀਆ ਦੇ ਵਿੱਚ ਇਕਨੋਮਿਕ ਪਲੈਨਿੰਗ ਦੀ ਸ਼ੁਰੂਆਤ ਹੋਈ। ਇਕਨੋਮਿਕ ਪਲੈਨਿੰਗ ਨੂੰ ਯੋਜਨਾਬੰਦੀ ਕਿਹਾ ਜਾਂਦਾ। ਸੋ ਕੀ ਆ, ਇਕਨੋਮਿਕ ਪਲੈਨਿੰਗ ਇਜ਼ ਐਨ ਔਰਗਨਾਈਜ਼ਡ ਐਂਡ ਕੋਆਰਡੀਨੇਸ਼ਨਸ, ਤਾਂ ਇਹ ਇੱਕ ਤਰ੍ਹਾਂ ਦਾ ਕੋਆਰਡੀਨੇਸ਼ਨ ਆ, ਅਤੇ ਇਹ ਪੂਰੀ ਤਰ੍ਹਾਂ ਦੇ ਨਾਲ ਕੀ ਆ, ਇਕਨੋਮਿਕ ਪਲੈਨਿੰਗ ਔਰਗਨਾਈਜ਼ਡ ਹੁੰਦੀਆਂ, ਸਰਕਾਰ ਦੁਆਰਾ ਬਣਾਈਆਂ ਹੁੰਦੀਆਂ, ਤਾਂ ਇਹ ਆਪਸੀ ਤਾਲਮੇਲ ਆ। ਤਾਂ ਕੀ ਹੈ ਇਹ, an organized and coordinated efforts to achieve certain self-defined objectives within a fixed time frame। ਤਾਂ ਇਹਦੇ ਵਿੱਚ ਇੱਕ ਸੈਲਫ ਡਿਫਾਈਨਡ ਆਬਜੈਕਟਿਵ ਰੱਖੇ ਜਾਂਦੇ ਆ, ਮਤਲਬ ਸਰਕਾਰਾਂ ਦੁਆਰਾ ਕੁਝ ਉਦੇਸ਼ਾਂ ਨੂੰ ਕੀ ਆ ਸੈੱਟ ਕੀਤਾ ਜਾਂਦਾ, ਨਿਸ਼ਚਿਤ ਕੀਤਾ ਜਾਂਦਾ ਵੀ ਅਸੀਂ ਆਪਣੇ ਦੇਸ਼ ਦੇ ਵਿੱਚ ਆਹ ਵਾਲੇ ਉਦੇਸ਼ਾਂ ਨੂੰ ਪੂਰਾ ਕਰਨਾ। ਤਾਂ ਉਹਦੇ ਵਿੱਚ ਕੀ ਆ, ਇੱਕ ਫਿਕਸਡ ਟਾਈਮ ਪੀਰੀਅਡ ਦੇ ਵਿੱਚ ਉਹ ਉਦੇਸ਼ਾਂ ਨੂੰ ਕੀ ਆ ਪੂਰਾ ਕਰਨਾ। ਸੋ ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਧਿਆਨ ਰੱਖਿਆ ਜਾਂਦਾ ਕਿ ਜੋ ਕੋਈ ਵੀ ਇੱਕ ਕਮਿਊਨਿਟੀ ਆ, ਠੀਕ ਆ, ਕੋਈ ਵੀ ਇੱਕ ਦੇਸ਼ ਆ, ਉਹਨਾਂ ਦੇ ਰਿਸੋਰਸਿਸ ਆ, ਉਹਨਾਂ ਦੇ ਸਾਧਨਾਂ ਦਾ ਕੀ ਆ ਚੰਗੀ ਤਰ੍ਹਾਂ ਯੂਜ਼ ਹੋ ਸਕੇ, ਨਾਲ ਦੀ ਨਾਲ ਕੀ ਆ ਸਮਾਜ ਦਾ ਕਲਿਆਣ ਵੀ ਹੋਵੇ। ਸੋ ਇਕਨੋਮਿਕ ਪਲੈਨਿੰਗ ਦੇ ਵਿੱਚ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਕੀ ਆ ਓਬਜੈਕਟਿਵਸ ਨੂੰ ਕੀ ਕੀਤਾ ਜਾਂਦਾ ਵਾ, ਓਬਜੈਕਟਿਵ ਨੂੰ ਪੂਰਾ ਕੀਤਾ ਜਾਂਦਾ, ਅਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਰਵ ਉੱਚ ਵਰਤੋਂ ਕੀਤੀ ਜਾਂਦੀ ਹੈ ਕਿਹਨਾਂ ਦੀ, ਸੰਸਾਧਨਾਂ ਦੀ। ਜੋ ਵੀ ਕਿਸੇ ਦੇਸ਼ ਕੋਲ ਕੀ ਹੈ ਸਾਧਨ ਜੋ ਵੀ ਉਹਨਾਂ ਕੋਲ ਲੇਬਰ ਵਗੈਰਾ ਜਾਂ ਫਿਰ ਕੋਈ ਵੀ ਉਹਨਾਂ ਕੋਲ ਰਿਸੋਰਸਿਸ ਆ, ਉਹਨਾਂ ਨੂੰ ਚੰਗੀ ਤਰ੍ਹਾਂ ਯੂਜ਼ ਕਰਕੇ ਨਾਲ ਦੀ ਨਾਲ ਕਹਿੰਦੇ ਸਮਾਜਿਕ ਕਲਿਆਣ ਦਾ ਧਿਆਨ ਰੱਖ ਕੇ ਵੀ ਉਹਨਾਂ ਦੇਸ਼ਾਂ ਨੂੰ ਕੀ ਕੀਤਾ ਜਾਂਦਾ, ਪੂਰਾ ਕੀਤਾ ਜਾਂਦਾ। ਸੋ ਇਸ ਤੋਂ ਬਾਅਦ ਇਕਨੋਮਿਕ ਪਲੈਨਿੰਗ ਮੀਨਸ ਯੂਟੀਲਾਈਜੇਸ਼ਨ ਆਫ ਕੰਟਰੀਜ਼ ਰਿਸੋਰਸਿਸ ਇਨਟੂ ਦਾ ਡਿਫਰੈਂਟ ਡਿਵੈਲਪਮੈਂਟ ਐਕਟੀਵਿਟੀਜ਼ ਇਨ ਅਕੋਰਡੈਂਸ ਵਿਦ ਦਾ ਨੈਸ਼ਨਲ ਪ੍ਰਾਇਓਰਿਟੀ। ਤਾਂ ਨੈਸ਼ਨਲ ਦੀਆਂ ਕੀ ਪ੍ਰਾਇਓਰਟੀਜ਼ ਆ, ਦੇਸ਼ ਕੀ ਮੰਗ ਕਰ ਰਿਹਾ, ਉਹਨਾਂ ਦੇ ਅਕੋਰਡਿੰਗ ਕਹਿੰਦੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਡਿਵੈਲਪਮੈਂਟ ਦੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ, ਅਤੇ ਨਾਲ ਦੀ ਨਾਲ ਕਿਸੇ ਵੀ ਦੇਸ਼ ਦੇ ਰਿਸੋਰਸਿਸ ਦੀ ਚੰਗੀ ਤਰ੍ਹਾਂ ਕੀ ਕੀਤੀ ਜਾਂਦੀ ਆ, ਵਰਤੋਂ ਕੀਤੀ ਜਾਂਦੀ ਆ। ਸੋ ਆਰਥਿਕ ਯੋਜਨਾਬੰਦੀ ਦਾ ਅਰਥ ਹੈ ਦੇਸ਼ ਦੇ ਸਰੋਤਾਂ ਨੂੰ ਵੱਖ-ਵੱਖ ਵਿਕਾਸ ਦੇ ਕਾਰਜਾਂ ਦੇ ਵਿੱਚ ਦੇਸ਼ ਦੀ ਤਰਜੀਹ ਅਨੁਸਾਰ ਪ੍ਰਯੋਗ ਕਰਨਾ, ਵੀ ਦੇਸ਼ ਕਿਸ ਚੀਜ਼ ਨੂੰ ਤਰਜੀਹ ਦੇ ਰਿਹਾ, ਕਿਸ ਚੀਜ਼ ਨੂੰ ਪ੍ਰਾਇਓਰਿਟੀ ਦੇ ਰਿਹਾ, ਤਾਂ ਉਹਨਾਂ ਕਾਰਜਾਂ ਦੇ ਲਈ, ਉਹਨਾਂ ਦੇ ਵਿਕਾਸ ਦੇ ਕਾਰਜਾਂ ਦੇ ਲਈ ਕਹਿੰਦੇ ਦੇਸ਼ ਦੇ ਸਰੋਤਾਂ ਨੂੰ ਇਸ ਤਰ੍ਹਾਂ ਯੂਜ਼ ਕੀਤਾ ਜਾਂਦਾ ਵਾ ਕਿ ਦੇਸ਼ ਦੇ ਸਾਰੇ ਉਦੇਸ਼ਾਂ ਨੂੰ ਕੀ ਆ ਪੂਰਾ ਕੀਤਾ ਜਾਵੇ। ਸੋ ਇਹ ਕੀ ਸੀ ਇਕਨੋਮਿਕ ਪਲੈਨਿੰਗ ਦੀ ਡੈਫੀਨੇਸ਼ਨ ਔਰ ਮੀਨਿੰਗ। ਇਨ ਦਾ ਲਾਸਟ ਆਪਾਂ ਇਹ ਚੈਪਟਰ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਪਲੈਨਡ ਇਕੋਨਮੀ ਦੇ ਕੀ ਫੀਚਰ ਆ, ਵੀ ਜਿਹੜੀ ਇਕੋਨਮੀ ਪੂਰੀ ਤਰ੍ਹਾਂ ਪਲੈਨਡ ਹੁੰਦੀ ਆ, ਪਲੈਨ ਦੇ ਹਿਸਾਬ ਨਾਲ ਚੱਲਦੀ ਆ, ਉਹ ਇਕੋਨਮੀ ਦੀਆਂ ਕੀ ਵਿਸ਼ੇਸ਼ਤਾਵਾਂ। ਤਾਂ ਸਭ ਤੋਂ ਪਹਿਲਾਂ ਉਹ ਇਕੋਨਮੀ ਕੀ ਹੁੰਦੀ ਆ, ਸਟੇਬਲ ਇਕੋਨਮੀ ਹੁੰਦੀ ਆ, ਉਹਦੇ ਵਿੱਚ ਅਪਸ ਐਂਡ ਡਾਊਨਸ ਕੀ ਆ ਬਹੁਤ ਜ਼ਿਆਦਾ ਘੱਟ ਹੋਣਗੇ। ਜਿਹੜੀ ਇਕੋਨਮੀ ਪੂਰੀ ਤਰ੍ਹਾਂ ਦੇ ਨਾਲ ਸਟੇਬਲ ਹੁੰਦੀ ਆ, ਉਸ ਵਿੱਚ ਅਪਸ ਐਂਡ ਡਾਊਨ ਨਹੀਂ ਹੋਣਗੇ, ਤਾਂ ਉਹਦੀ ਗਰੋਥ ਅਤੇ ਡਿਵੈਲਪਮੈਂਟ ਵੀ ਬਹੁਤ ਤੇਜ਼ੀ ਨਾਲ ਹੁੰਦੀ ਆ। ਸੋ ਕਹਿੰਦੇ ਜਿਹੜੀ ਪਲੈਨਡ ਇਕੋਨਮੀ ਹੁੰਦੀ ਆ, ਉਹ ਇੱਕ ਤਰ੍ਹਾਂ ਦੀ ਸਾਰੀ ਇਕੋਨਮੀ ਦੀ ਇੱਕ ਸਹਿਯੋਗ ਵਾਲੀ, ਤਾਲਮੇਲ ਵਾਲੀ ਪਿਕਚਰ ਨੂੰ ਕੀ ਆ ਦਰਸਾਉਂਦੀ ਆ। ਸੋ ਕਹਿੰਦੇ ਫਿਊਚਰ ਦੇ ਇੰਟਰਸਟ ਨੂੰ ਕੀ ਆ ਉਹ ਸੇਫ ਕਰਦੀ ਆ। ਇਸ ਤੋਂ ਬਿਨਾਂ ਕਹਿੰਦੇ ਜੋ ਪਛੜੇ ਹੋਏ ਖੇਤਰ ਹੁੰਦੇ ਆ ਜਾਂ ਪਛੜੇ ਹੋਏ ਵਰਗ ਹੁੰਦੇ ਆ, ਵੀਕਰ ਸੈਕਸ਼ਨਸ ਹੁੰਦੇ ਆ, ਉਹਨਾਂ ਨੂੰ ਕੀ ਆ ਪ੍ਰੋਟੈਕਟ ਕਰਦੀ ਆ, ਉਹਨਾਂ ਦੇ ਵਿੱਚ ਸੋਸ਼ਲ ਜਸਟਿਸ ਨੂੰ ਪ੍ਰਮੋਟ ਕਰਦੀ ਆ। ਸੋ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨਾ ਪਲੈਨਡ ਇਕੋਨਮੀ ਦਾ ਕੀ ਆ ਫੀਚਰ ਆ। ਇਸ ਤੋਂ ਬਾਅਦ ਪਲੈਨਡ ਇਕੋਨਮੀ ਦੇ ਵਿੱਚ ਜਿਹੜੀ ਰਿਸੋਰਸਿਸ ਦੀ ਯੂਟੀਲਾਈਜੇਸ਼ਨ ਆ ਉਹ ਆਪਟੀਮਮ ਹੁੰਦੀ ਆ, ਸਰਵ ਉੱਚ ਹੁੰਦੀ ਆ। ਤਾਂ ਇਹਦੇ ਵਿੱਚ ਕੀ ਆ ਪੂਰੀ ਐਫੀਸ਼ੀਐਂਟ ਤਰੀਕੇ ਦੇ ਨਾਲ ਕੋਈ ਵੀ ਇਕਨੋਮਿਕ ਸਿਸਟਮ ਆ ਕੰਮ ਕਰਦਾ ਵਾ। ਇਸ ਤੋਂ ਬਿਨਾਂ ਜਿਹੜੀ ਇਕੋਨਮੀ ਪਲੈਨਡ ਇਕੋਨਮੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਰੈਸ਼ਨਲ ਇਕੋਨਮੀ ਹੁੰਦੀ ਆ, ਜਿਹਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਾਰੇ ਕੰਮ ਕਾਰ ਸਹੀ ਤਰੀਕੇ ਦੇ ਨਾਲ ਕੀਤੇ ਜਾਂਦੇ ਆ। ਠੀਕ ਹੈ, ਇਸ ਤੋਂ ਬਿਨਾਂ ਜਿਹੜੀ ਵੇਸਟੇਜ ਆ ਉਹ ਪੂਰੀ ਤਰ੍ਹਾਂ ਦੇ ਨਾਲ ਐਲੀਮੀਨੇਟ ਹੋ ਜਾਂਦੀ ਹੈ, ਮਤਲਬ ਖਤਮ ਹੋ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਕੀ ਆ ਵੇਸਟ ਨਹੀਂ ਹੁੰਦਾ। ਸੋ ਕਹਿੰਦੇ ਪਲੈਨਡ ਇਕੋਨਮੀ ਦੇ ਇਹ ਕੀ ਆ ਫੀਚਰਸ ਆ। ਇਸ ਤਰ੍ਹਾਂ ਆਪਣਾ ਟੌਪਿਕ ਇੱਥੇ ਹੀ ਕੀ ਆ ਖਤਮ ਹੁੰਦਾ। ਥੈਂਕ ਯੂ ਸਟੂਡੈਂਟਸ।